ਸਤਨਾਮ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ, ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪ੍ਰਤੱਖ ਗੁਰੂ ਨਿਸਤਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪ੍ਰਤੱਖ ਗੁਰੂ ਨਿਸਤਾਰੇ। ਵਾਹ ਵਾਹ ਬਾਣੀ ਨਿਰੰਕਾਰ ਹੈ। ਤਿਸ ਜੇਵੜ ਅਵਰ ਨਾ ਕੋਏ। ਵਾਹ ਵਾਹ ਅਗੰਮ ਅਥਾਹ ਹੈ। ਵਾਹ ਵਾਹ ਸੱਚਾ ਸੋਏ। ਬਾਣੀ ਬਿਰਲੋ ਵਿਚਾਰ ਸੀ। ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਸਾਹਿਬੇ ਬਰਕਤ, ਸਾਹਿਬੇ ਇਕਬਾਲ, ਸਾਹਿਬੇ ਕਮਾਲ, ਸਾਹਿਬੇ ਜਲਾਲ, ਰੋਸ਼ਨੇ ਚਿਰਾਗ ਮੁਰਸ਼ਦੇ ਕਾਮਲ, ਨੂਰੇ ਨਜ਼ਰ ਬਰਦੋ ਆਲਮ ਸ਼ਾਹ। ਪੀਰਾਂ ਦੇ ਪੀਰ, ਗੁਰੂਆਂ ਦੇ ਗੁਰੂ, ਬਾਬਿਆਂ ਦੇ ਬਾਬੇ, ਰਹਿਬਰਾਂ ਦੇ ਰਹਿਬਰ, ਜੋਗੀਆਂ ਦੇ ਜੋਗੀ, ਨਾਥਾਂ ਦੇ ਨਾਥ, ਗਰੀਬ ਨਿਵਾਜ਼। ਸਰਬ ਸੁਖ ਸੰਪੰਨ, ਸਰਬ ਦੁੱਖ ਹਰਤਾ, ਚਾਰ ਪਦਾਰਥਾਂ ਦੇ ਦਾਤੇ, ਗਿਆਨ ਦੇ ਅਗੰਮੀ ਸਾਗਰ, ਕਲਯੁਗ ਕੇ ਬੋਖਿਤ। ਦਸਾਂ ਪਾਤਸ਼ਾਹੀਆਂ ਅਤੇ ਪ੍ਰਮਾਣਿਕ ਭਗਤਾਂ ਦੇ ਆਤਮਿਕ ਸਰੂਪ, ਚੌਰ ਤਖਤ ਦੇ ਮਾਲਕ, ਸਰਬ ਸਾਂਝੀ ਵਾਲਤਾ ਦੀ ਮਹਾਨ ਜਗ ਦੀ ਤਸਵੀਰ, ਸਰਬਰੇ ਕਾਇਨਾਤ ਬਾਰਗਾਹੇ ਇਨਾਇਤ। ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ। ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ, ਜਿਹਦੀ ਪਾਵਨ ਪਵਿੱਤਰ ਗੋਹ ਦੇ ਅੰਦਰ ਸਤਿਗੁਰੂ ਦੀ ਪਾਵਨ ਕੀਰਤੀ ਵਿੱਚ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਆਪਣੀ ਮੁਬਾਰਕ ਪਵਿੱਤਰ ਰਸਨਾ ਤੋਂ ਨਾਸਰੋ ਬੰਸੂਰ ਇਜ਼ਦੀ ਮਨਜ਼ੂਰ ਹੱਕ ਰਾ ਗੰਜ਼ੂਰ ਜ਼ੁਮਲਾ ਫੈਜ਼ ਨੂਰ ਫਾਇਜ਼ੁਲ ਅਨਵਾਰ ਕਾਸ਼ਫੁਲ ਅਸਰਾਰ ਬੇਕਸਾਰਾ ਯਾਰ ਬਕਾਦਰੇ ਹਰ ਕਾਰ ਖਜ਼ਾਨੇ ਹਰ ਗੰਜ ਬੇਰਹਿਮੇ ਹਰ ਰੰਜ ਖਾਲਸੋ ਬੇਕੀਨਾ ਹੱਕ ਹੱਕ ਆਈਨਾ ਹੱਕ ਹੱਕ ਅਗਾਹ ਸ਼ਾਹੇ ਸ਼ਹਿਨਸ਼ਾਹ ਬਾਦਸ਼ਾਹ ਦਰਵੇਸ਼ ਹੱਕ ਹੱਕ ਅੰਦੇਸ਼ ਸਾਹਿਬੇ ਕਮਾਲ ਸਰਬੰਸਦਾਨੀ ਅੰਮ੍ਰਿਤ ਕੇ ਦਾਤੇ ਦੁਸ਼ਟ ਦਮਨ ਆਪੇ ਗੁਰ ਚੇਲਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਕੀਤੀ ਮੁਬਾਰਕ ਪਵਿੱਤਰ ਫਤਿਹ ਰਾਹੀਂ ਇਸ ਨਾਚੀਜ਼ ਦਾਸਨ ਦਾਸਰੇ ਨੂੰ ਅਸੀਸ ਬਖਸ਼ੋ। ਦਾਸ ਵੱਲੋਂ ਸਤਿਗੁਰੂ ਦੀ ਪਾਵਨ ਫਤਿਹ ਕਬੂਲ ਪਾਓ। ਆਪਣੇ ਆਪਣੇ ਮੁਬਾਰਕ ਪਵਿੱਤਰ ਸੀਸ ਬਾ ਸਤਕਾਰ व ਪਿਆਰ व ਵੈਰਾਗ ਝੁਕਾਓ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਵਿੱਚ
ਪਿਆਰ ਸਤਿਕਾਰ ਅਤੇ ਵੈਰਾਗ ਵਿੱਚ ਭਿੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਜਦੋਂ ਦਾਸ ਨੇ ਗੁਰੂਆਂ ਦੇ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆ ਕੇ ਸੀਸ ਝੁਕਾਇਆ, ਆਪ ਗੁਰੂ ਕੀਆਂ ਪਿਆਰੀਆਂ ਸੰਗਤਾਂ ਦੇ ਮੁਬਾਰਕ ਪਵਿੱਤਰ ਦਰਸ਼ਨ ਨਸੀਬ ਹੋਏ ਨੇ। ਸਤਿਕਾਰਯੋਗ ਗੁਰੂ ਕੇ ਪਿਆਰੇ ਕੀਰਤਨੀਏ ਸਤ ਸੰਗਤ ਦੀ ਟਰਾਂਸਲੇਸ਼ਨ ਕਰ ਰਹੇ ਸਨ। ਸਾਧ ਸੰਗ ਜੋ ਤੁਮੈ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ। ਮੈਂ ਆਪ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਕਰ ਦੇਣਾ ਚਾਹੁੰਦਾ, ਸਿੱਖ ਦਾ ਗੁਰਦੁਆਰੇ ਆਉਣਾ ਪਹਿਲਾ ਸੱਸਾ ਹੈ ਗੁਰੂ ਨੂੰ ਸੁਣਨਾ। ਉਸ ਦਿਨ ਸਮਝ ਲੈਣਾ ਸਿੱਖ ਗੁਰਦੁਆਰੇ ਆ ਗਿਆ ਜਿਸ ਦਿਨ ਇਸਨੇ ਗੁਰੂ ਨੂੰ ਸੁਣ ਲਿਆ, ਨਹੀਂ ਤੇ ਨਹੀਂ, ਭਾਵੇਂ ਰੋਜ਼ ਬੈਠਾ ਰਹੇ। ਗੁਰਮਤਿ ਵਿੱਚ ਪਹਿਲਾ ਸਰਵਣ ਦਰਸ਼ਨ ਹੈ, ਨੇਤਰ ਦਰਸ਼ਨ ਨਹੀਂ ਹੈ। ਸਰਵਣ ਦਰਸ਼ਨ ਪਹਿਲਾ ਹੈ, ਕਿਉਂਕਿ ਗੁਰੂ ਸ਼ਬਦ ਹੈ, ਗੁਰੂ ਗਿਆਨ ਹੈ। ਗਿਆਨ ਅੱਖਾਂ ਨਾਲ ਵੇਖਣ ਦਾ ਵਿਸ਼ਾ ਨਹੀਂ ਹੈ, ਸ਼ਬਦ ਅੱਖਾਂ ਨਾਲ ਵੇਖਣ ਦਾ ਵਿਸ਼ਾ ਨਹੀਂ ਹੈ। ਜੇ ਅੱਖਾਂ ਨਾਲ ਵੇਖਣ ਦਾ ਵਿਸ਼ਾ ਤੇ ਸਤਿਗੁਰ ਦੇ ਬੋਲ ਨੇ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਸ਼ਬਦ ਸੁਣਿਆ ਹੀ ਨਹੀਂ, ਵਿਚਾਰ ਕਿੱਥੋਂ ਹੋਵੇਗੀ? ਕਿਵੇਂ ਹੋ ਜਾਏਗੀ ਵਿਚਾਰ? ਜਿਹੜੀ ਗੱਲ ਮੈਂ ਸੁਣੀ ਨਹੀਂ ਉਹਦੀ ਵਿਚਾਰ ਦਾ ਕੀ ਮਤਲਬ ਹੈ? ਗੁਰਮਤਿ ਵਿੱਚ ਗੁਰੂ ਵੇਖਣ ਦਾ ਵਿਸ਼ਾ ਨਹੀਂ ਹੈ, ਪਹਿਲਾਂ ਸੁਣਨ ਦਾ ਵਿਸ਼ਾ ਹੈ। ਉਸ ਤੋਂ ਬਾਅਦ ਅਨੁਭਵ ਨੇਤਰ ਨਾਲ ਵੇਖਣਾ ਹੈ, ਅਨੁਭਵ ਪ੍ਰਕਾਸ਼ ਹੈ। ਮੇਰਾ ਵਿਸ਼ਾ ਨਾ ਬਦਲ ਜਾਏ। ਮੈਂ ਅੱਜ ਉਸ ਸ਼ਬਦ ਦੀ ਸੰਪੂਰਨਤਾ ਹੀ ਸਤਿਗੁਰ ਦੀ ਅਸੀਸ ਨਾਲ, ਤੁਹਾਡੀ ਅਸੀਸ ਨਾਲ ਕਰਨੀ ਹੈ। ਪਰ ਇੰਨੀ ਬੇਨਤੀ ਜ਼ਰੂਰ ਕਰ ਲੈਣਾ ਚਾਹੁੰਦਾ ਵਾਂ, ਗੁਰਮਤਿ ਦਾ ਪਹਿਲਾ ਦਰਸ਼ਨ ਹੈ ਗੁਰੂ ਦੇ ਸ਼ਬਦ ਨੂੰ ਪਹਿਲਾ ਸੱਸਾ ਸੁਣਨਾ। ਦੂਸਰਾ ਸੱਸਾ ਜੋ ਸੁਣਿਆ ਉਸ ਨੂੰ ਸਮਝਣਾ ਵੀ ਕੀ ਸੁਣਿਆ। ਬਹੁਤੇ ਲੋਕ ਗੁਰਦੁਆਰੇ ਆਉਂਦੇ ਨੇ, ਸੁਣਦੇ ਨੇ, ਸਮਝਦੇ ਕੁਛ ਵੀ ਨਹੀਂ। ਤੀਸਰਾ ਸੱਸਾ ਹੈ ਜੋ ਸਮਝਿਆ ਉਹਦੇ ਵਿੱਚ ਸਮਾ ਜਾਣਾ। ਮੈਂ ਫਿਰ ਦੁਹਰਾ ਦੇਵਾਂ, ਗੱਲ ਤੁਹਾਡੇ ਪਕੜ ਵਿੱਚ ਆ ਜਾਏ ਤੇ ਪਤਾ ਲੱਗੇ ਗੁਰਦੁਆਰੇ ਆਉਣਾ ਹੈ ਕੀ ਹੈ। ਕਿਧਰੇ ਕੇਵਲ ਤੇ ਕੇਵਲ ਰੁਪਈਏ ਮੱਥੇ ਟੇਕਣ ਤੇ ਲੰਗਰ ਛਕਣ ਤੱਕ ਹੀ ਨਾ ਰਹਿ ਜਾਏ ਜੀਵਨ ਦੀ ਯਾਤਰਾ। ਪਹਿਲਾ ਸੱਸਾ ਹੈ ਗੁਰੂ ਨੂੰ ਸੁਣਨਾ। ਸਾਧ ਸੰਗ ਜੋ ਤੁਮੈ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ। ਇਹ ਗਾ ਰਹੇ ਸਨ ਨਾ। ਕੇਵਲ ਵਾਜੇ ਦੀ ਟਿਊਨ ਤੇ ਨਹੀਂ ਖਲੋ ਜਾਣਾ, ਤਬਲੇ ਦੀ ਤਾਲ ਤੇ ਨਹੀਂ ਖਲੋ ਜਾਣਾ। ਯਾਦ ਰੱਖਣਾ, ਸੁਰਤ ਨੂੰ ਸ਼ਬਦ ਦੀ ਸਮਝ ਨਾਲ ਜੋੜਨਾ ਹੈ, ਸੁਣਨ ਨਾਲ ਜੋੜਨਾ ਹੈ। ਪਹਿਲਾ ਸੱਸਾ ਹੈ ਗੁਰੂ ਨੂੰ ਸੁਣਨਾ। ਦੂਸਰਾ ਸੱਸਾ ਹੈ ਸਮਝਣਾ, ਜੋ ਸੁਣਿਆ ਸਮਝ ਵਿੱਚ ਆ ਗਿਆ ਕੀ ਸੁਣਿਆ। ਤੀਸਰਾ ਸੱਸਾ ਜੋ ਸਮਝਿਆ ਉਹਦੇ ਵਿੱਚ ਸਮਾ ਜਾਣਾ, ਉਹ ਕਰਮਾਂ ਵਿੱਚ ਆ ਜਾਏ। ਮੈਂ ਇਹਨੂੰ ਇਸ ਤਰ੍ਹਾਂ ਕਹਿਣਾ ਹੁੰਦਾ, ਪਹਿਲਾ ਸੱਸਾ ਸੁਣਨਾ ਕੰਨ ਰਸ, ਦੂਸਰਾ ਸੱਸਾ ਸਮਝਣਾ ਮਨ ਰਸ, ਤੀਸਰਾ ਸਮਾ ਜਾਣਾ ਆਤਮ ਰਸ। ਅਗਰ ਇਹ ਕਰਮਾਂ ਵਿੱਚ ਨਹੀਂ ਉਤਰੀ ਕਥਾ, ਮੇਰੀ ਕੀਤੀ ਹੋਈ ਕਥਾ ਅਗਰ ਮੇਰੇ ਕਰਮਾਂ ਵਿੱਚ ਨਹੀਂ ਉਤਰੀ, ਕੀਰਤਨ ਕੀਤਾ ਹੋਇਆ ਮਾਫ ਕਰਨਾ ਅਗਰ ਕਰਮਾਂ ਵਿੱਚ ਨਹੀਂ ਉਤਰਿਆ ਤੇ ਸੁਣਿਆ ਹੋਇਆ ਵੀ ਕਰਮਾਂ ਵਿੱਚ ਨਹੀਂ ਉਤਰਿਆ, ਇਹ ਕੇਵਲ ਤੇ ਕੇਵਲ ਕੰਨ ਰਸ ਰਹਿ ਜਾਏਗਾ ਔਰ ਜੋੜੇ ਪਾਉਂਦਿਆਂ ਤੇ ਲੰਗਰ ਛਕਦਿਆਂ ਖਤਮ ਹੋ ਜਾਏਗਾ। ਇਸ ਤੋਂ ਜ਼ਿਆਦਾ ਦੇਰ ਨਹੀਂ ਰਹੇਗਾ। 20 ਸਾਲ ਤੋਂ ਲੋਕ ਗੁਰਦੁਆਰੇ ਵੀ ਆ ਰਹੇ ਨੇ ਤੇ ਮਾਫ ਕਰਨਾ ਸ਼ਰਾਬ ਵੀ ਪੀ ਰਹੇ ਨੇ ਕਿ ਉਹਨਾਂ ਨੇ ਗੁਰੂ ਸੁਣ ਲਿਆ ਹੈ। 20 ਸਾਲ ਤੋਂ ਲੋਕ ਗੁਰਦੁਆਰੇ ਆਣ ਕੇ ਕੀਰਤਨ ਵੀ ਸੁਣ ਰਹੇ ਨੇ ਤੇ ਸਿੱਖਾਂ ਦੇ ਘਰ ਜਨਮ ਲੈ ਕੇ ਦਾੜੀ ਵੀ ਮੁੰਨ ਰਹੇ ਨੇ ਕਿ ਉਹਨਾਂ ਨੇ ਕੀਰਤਨ ਸੁਣ ਲਿਆ ਹੈ। ਇਸ ਭੁਲੇਖੇ 'ਚ ਨਾ ਰਹਿਣਾ। ਜਿਸ ਦਿਨ ਗੁਰੂ ਸੁਣਿਆ ਗਿਆ, ਨਿਸ਼ਾਨੀ ਕੀ ਹੋਏਗੀ? ਮੈਂ ਅਕਸਰ ਇਹ ਗੱਲ ਕਿਆ ਕਰਦਾ
ਕਿਸੇ ਦੇ ਘਰ 4 ਪੈਸੇ ਵੱਧ ਜਾਣ, ਆਮਦਨ ਜ਼ਿਆਦਾ ਹੋ ਜਾਏ, ਗੱਡੀ ਤੋਂ ਪਤਾ ਲੱਗ ਜਾਂਦਾ ਇਹਦੇ ਕੋਲ ਧਨ ਆ ਗਿਆ, ਵੱਡੀ ਗੱਡੀ ਆ ਗਈ ਹੈ। ਮਕਾਨ ਦੱਸ ਦਿੰਦਾ ਹੈ, ਬੰਗਲਾ ਦੱਸ ਦਿੰਦਾ ਹੈ, ਪੈਸੇ ਜ਼ਿਆਦਾ ਆ ਗਏ ਨੇ। ਇਸਤਰੀ ਹੋਵੇ ਤੇ ਗਹਿਣੇ ਤੇ ਕੱਪੜੇ ਦੱਸ ਦਿੰਦੇ ਨੇ ਵੀ ਇਹਨਾਂ ਕੋਲ ਪੈਸੇ ਹੋ ਗਏ ਨੇ। ਰਹਿਣ ਸਹਿਣ ਦੱਸ ਦਿੰਦਾ। ਪਤਾ ਕਿਵੇਂ ਲੱਗੇ ਇਹਨੇ ਗੁਰਦੁਆਰੇ ਆਇਆ ਤੇ ਗੁਰੂ ਨੂੰ ਸੁਣ ਲਿਆ? ਕਿਸ ਤਰ੍ਹਾਂ ਮਾਪਾਂਗੇ? ਵਿਚ ਸਕੇਲ ਕਿਹੜੀ ਸਕੇਲ ਹੈ ਜਿਹਦੇ ਨਾਲ ਨਾਪਿਆ ਜਾਏ? ਇਹਨੇ ਗੁਰਦੁਆਰੇ ਆਣ ਕੇ ਗੁਰੂ ਨੂੰ ਸੁਣ ਲਿਆ। ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਇਹ ਜਦੋਂ ਆਇਆ ਸੀ ਗੁਰਦੁਆਰੇ ਤੇ ਸਿੱਖ ਸੀ। ਜੇਕਰ ਇਹਨੇ ਗੁਰੂ ਨੂੰ ਸੁਣ ਲਿਆ, ਜਦੋਂ ਵਾਪਸ ਜਾਏਗਾ ਹੁਣ ਸਿੱਖ ਨਹੀਂ ਹੋਏਗਾ, ਗੁਰਸਿੱਖ ਹੋ ਜਾਏਗਾ। ਬਸ ਆਹ ਨਿਸ਼ਾਨੀ ਹੈ, ਆਹ ਨਿਸ਼ਾਨੀ ਹੈ। ਆਇਆ ਸੀ ਤੇ ਸਿੱਖ ਸੀ। ਅਗਰ ਗੁਰੂ ਨੂੰ ਸੁਣ ਕੇ ਘਰ ਗਿਆ, ਗੁਰਸਿੱਖ ਹੋ ਜਾਏਗਾ। ਤੇ ਜੇਕਰ ਇਹ ਤਬਦੀਲੀ ਨਹੀਂ ਆਈ, ਫਿਰ ਮੈਨੂੰ ਕਹਿਣ ਦੇਣਾ ਕੇਵਲ ਤੇ ਕੇਵਲ ਗੁਰੂ ਸੁਣ ਛੱਡਿਆ ਏ। ਬਸ ਸੁਣਿਆ ਤੇ ਹੈ ਸੀ, ਜੋੜੇ ਪਾਣੇ ਛੱਡ ਦਿੱਤਾ, ਲੰਗਰ ਛਕਦਿਆ ਛੱਡ ਦਿੱਤਾ। ਇਸ ਤੋਂ ਵੱਧ ਨਹੀਂ ਹੈ। ਤੋ ਆਓ ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਰਹਿਮਤ ਕਰੇ। ਪਹਿਲਾ ਸੱਸਾ ਹੈ ਗੁਰੂ ਨੂੰ ਸੁਣਨਾ, ਉਹ ਕਥਾ ਹੋਵੇ, ਕੀਰਤਨ ਹੋਵੇ, ਪਾਠ ਹੋਵੇ। ਦੂਸਰਾ ਸੱਸਾ ਹੈ ਗੁਰੂ ਨੂੰ ਸਮਝਣਾ, ਤੇ ਤੀਸਰਾ ਸੱਸਾ ਹੈ ਜੋ ਸਮਝਿਆ ਤੇ ਸੁਣਿਆ ਉਹਦੇ ਵਿੱਚ ਸਮਾ ਜਾਣਾ। ਇਹ ਆਪ ਜੀ ਨੇ ਯਾਦ ਰੱਖ ਲੈਣਾ ਜ਼ਿੰਦਗੀ ਵਿੱਚ। ਫਿਰ ਪਤਾ ਲੱਗੇਗਾ ਗੁਰੂ ਕੀ ਹੈ ਤੇ ਗੁਰਦੁਆਰਾ ਕੀ ਹੈ। ਤੋ ਆਓ ਗੁਰੂ ਬਖਸ਼ਿਸ਼ ਕਰੇ, ਰਹਿਮਤ ਕਰੇ। ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਤੇ ਜੋ ਸ਼ਬਦ ਗੁਰੂ ਦੀ ਬਖਸ਼ਿਸ਼ ਨਾਲ ਮੈਂ 4 ਦਿਨਾਂ ਤੋਂ ਆਰੰਭ ਕੀਤਾ ਸੀ, ਸਤਿਗੁਰੂ ਨੇ ਕਰਾਇਆ ਸੀ, ਭਗਤ ਬੇਣੀ ਜੀ ਮਹਾਰਾਜ ਦਾ, ਉਹਦਾ ਅੱਜ ਆਖਰੀ ਪਦਾ ਹੈ। ਔਰ ਇਹ 5 ਸਟੇਜਾਂ ਵਿੱਚ ਹੈ, ਮਾਤਾ ਦੇ ਗਰਭ ਤੋਂ ਲੈ ਕੇ ਸਰੀਰ ਤਿਆਗਣ ਤੱਕ। ਪਹਿਲਾਂ ਮਾਤਾ ਦੇ ਗਰਭ ਵਿੱਚ, ਫਿਰ ਜਨਮ ਹੋਇਆ, ਫਿਰ ਜਵਾਨ ਹੋਇਆ, ਫਿਰ ਵਿਆਹ ਹੋਇਆ, ਫਿਰ ਬੱਚੇ ਹੋਏ, ਫਿਰ ਬੁਢੇਪਾ ਆਇਆ, ਅੱਜ ਆਖਰੀ ਹੈ। ਭਗਤ ਜੀ ਨੇ ਇੱਕ ਤਸਵੀਰ ਖਿੱਚੀ ਹੈ ਤੇ ਇਸ ਪੰਕਤੀ ਤੇ ਅਸੀਂ ਕੱਲ ਵਿਚਾਰ ਛੱਡੀ ਸੀ। ਅਵਗਤ ਬਾਣ ਛੋੜ। ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰ ਦੇਣਾ ਚਾਹੁੰਦਾ, ਇਹ ਜਿਹੜਾ ਬਾਣ ਸ਼ਬਦ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਨਾ, ਇਹਦਾ ਅਰਥ ਹੈ ਬਾਣੀ ਸ਼ਬਦ। ਕੁਦਰਤੀ ਭਾਈ ਸਾਹਿਬ ਨੇ ਬਾਣੀ ਦਾ ਸ਼ਬਦ ਲਾਇਆ ਸੀ ਤੇ ਪੰਕਤੀ ਵੀ ਇੱਥੋਂ ਹੀ ਸ਼ੁਰੂ ਹੋਣ ਲੱਗੀ ਹੈ, ਬਾਣੀ ਤੋਂ। ਇੱਥੇ ਬਾਣ ਦਾ ਮਤਲਬ ਬਾਣੀ ਹੈ, ਸੰਸਕ੍ਰਿਤ ਵਿੱਚ ਇਹ ਬਾਣੀ ਹੈ, ਮੂੰਹ ਤੋਂ ਨਿਕਲੇ ਬੋਲ। ਸਤਿਗੁਰਾਂ ਦੀ ਰਸਨਾ ਚੋਂ, ਭਗਤਾਂ ਦੀ ਰਸਨਾ ਚੋਂ ਨਿਕਲੇ ਹੋਏ ਬੋਲ ਬਾਣੀ ਹੈ। ਮਹਾਰਾਜ ਕਹਿੰਦੇ ਨੇ ਸਾਰੀ ਉਮਰ ਸੰਸਾਰ ਵਿੱਚ ਫਿਰਦਾ ਰਿਹਾ, ਵਿਸ਼ੇ ਵਿਕਾਰਾਂ ਨੂੰ ਭੋਗਦਾ ਰਿਹਾ, ਪਰ ਪਰਮਾਤਮਾ ਜਿਹੜਾ ਵਿਅਕਤੀ ਨਹੀਂ ਹੈ, ਇਹਦਾ ਉਚਾਰਨ ਅਵਗਤ ਨਹੀਂ ਹੈ। ਮਾਫ ਕਰ ਦੇਣਾ, ਅਵਗਤ ਐਡਾ ਥੋੜਾ ਅਲੱਗ ਕਰੋ। ਜਿਹੜਾ ਵਿਅਕਤੀ ਨਹੀਂ ਹੈ, ਪਰਮਾਤਮਾ ਵਿਅਕਤੀ ਨਹੀਂ ਹੈ, ਪਰਮਾਤਮਾ ਸ਼ਕਤੀ ਹੈ। ਜੇ ਉਹ ਵਿਅਕਤੀ ਹੈ ਫਿਰ ਉਹਦਾ ਕੋਈ ਮਾਂ ਬਾਪ ਵੀ ਹੋਏਗਾ। ਤੇ ਦਸਮ ਪਾਤਸ਼ਾਹ ਜੀ ਕਹਿੰਦੇ ਨਾ ਤਾਤ ਹੈ ਨਾ ਮਾਤ ਹੈ, ਉਹਦਾ ਕੋਈ ਮਾਂ ਵੀ ਨਹੀਂ, ਉਹਦਾ ਕੋਈ ਪਿਓ ਵੀ ਨਹੀਂ। ਅਗਰ ਮਾਂ ਪਿਓ ਹੈ ਤੇ ਫਿਰ ਉਹਦਾ ਕੋਈ ਜ਼ਾਤ ਪਾਤ ਵੀ ਹੋਏਗਾ, ਮਜ਼ਹਬ ਵੀ ਹੋਏਗਾ। ਤੇ ਕਲਗੀਧਰ ਕਹਿੰਦੇ ਨੇ ਨਮਸਤੰ ਅਮਜਬੇ, ਪਰਮਾਤਮਾ ਤੇਰਾ ਕੋਈ ਮਜ਼ਹਬ ਨਹੀਂ। ਤੂੰ ਹਿੰਦੂ ਵੀ ਨਹੀਂ, ਤੂੰ ਸਿੱਖ ਵੀ ਨਹੀਂ, ਤੂੰ ਮੁਸਲਮਾਨ ਵੀ ਨਹੀਂ, ਤੂੰ ਯਹੂਦੀ ਵੀ ਨਹੀਂ, ਤੂੰ ਪਾਰਸੀ ਵੀ ਨਹੀਂ। ਰੱਬ ਦਾ ਕੋਈ ਮਜ਼ਹਬ ਨਹੀਂ, ਆਤਮਾ ਦਾ ਕੋਈ ਮਜ਼ਹਬ ਨਹੀਂ। ਜੇ ਰੋਜ਼ ਦਾ ਸਤਸੰਗ ਕਰਦੇ ਹੋ ਤੇ ਬਰੀਕੀ ਨਾਲ ਕਰਦੇ ਹੋ ਤੇ ਸ਼ਬਦ ਨੂੰ ਗਹਿਰਾਈ ਨਾਲ ਸੁਣਦੇ ਹੋ ਤਾਂ ਸ਼ਾਇਦ ਗੱਲ ਵਿੱਚ ਪਕੜ ਵਿੱਚ ਆ ਜਾਏਗੀ। ਆਤਮਾ ਦਾ ਕੋਈ ਮਜ਼ਹਬ ਨਹੀਂ। ਮਜ਼ਹਬ ਮਨ ਦਾ ਹੁੰਦਾ ਹੈ, ਬੁੱਧੀ ਦਾ ਹੁੰਦਾ ਹੈ, ਅੰਤःਕਰਨ ਦਾ ਹੁੰਦਾ ਹੈ, ਸਰੀਰ ਦਾ ਹੁੰਦਾ ਹੈ। ਆਤਮਾ ਦਾ ਅੱਜ ਤੱਕ ਨਾ ਕੋਈ ਮਜ਼ਹਬ ਹੋਇਆ ਨਾ ਹੋਵੇਗਾ। ਪਰਮਾਤਮਾ ਦਾ ਕੋਈ ਮਜ਼ਹਬ ਨਹੀਂ। ਕਿਉਂ? ਕਿਉਂਕਿ ਮਜ਼ਹਬ ਇੱਕ ਰਸਤੇ ਨੇ, ਪਰਮਾਤਮਾ ਆਤਮਾ ਇੱਕ ਮੰਜ਼ਿਲ ਹੈ। ਇਸ ਗੁਰਦੁਆਰੇ ਨੂੰ ਕਈ ਰਸਤੇ ਆਉਂਦੇ ਨੇ ਪਰ ਡੈਸਟੀਨੇਸ਼ਨ ਤੇ ਇੱਕੋ ਹੀ ਹੈ। ਗੁਰੂ ਦਸਮ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਨਮਸਤੰ ਅਮਜਬੇ, ਤੈਨੂੰ ਨਮਸਕਾਰ ਹੈ, ਤੇਰਾ ਕੋਈ ਮਜ਼ਹਬ ਨਹੀਂ।
ਨਾ ਤਾਤ ਹੈ ਨਾ ਮਾਤ ਹੈ, ਤੇਰਾ ਕੋਈ ਮਾਂ ਵੀ ਨਹੀਂ, ਤੇਰਾ ਕੋਈ ਪਿਓ ਵੀ ਨਹੀਂ। ਨਮਸਤਕ ਅਕਾਮੇ ਨਮਸਤਕ ਅਠਾਮੇ, ਤੇਰਾ ਕੋਈ ਵਿਸ਼ੇਸ਼ ਥਾਂ ਵੀ ਨਹੀਂ। ਨਾ ਤੂੰ ਜੰਮਦਾ ਹੈ ਨਾ ਤੂੰ ਮਰਦਾ ਹੈ, ਨਾ ਤੂੰ ਕਿਧਰੋਂ ਆਇਆ ਨਾ ਤੂੰ ਕਿਧਰੇ ਜਾਣਾ ਹੈ, नहीं है। तेरा कोई नाम भी नहीं है। नमस्तक अनामे, सारे नाम तेरे ने, तेरा कोई नाम नहीं है। सारे रूप तेरे ने, तेरा कोई रूप नहीं है। सारियां अखां तेरियां ने, तेरी कोई अख नहीं है। आप जी रोज सोहले दी बाणी विच भाई साहब बड़े प्यार नाल पढ़दे ने, सहस तव नैन नन नैन है तोए को। आख्या हजारां अखां तेरियां ने पर तेरी कोई भी अख नहीं, क्योंकि तेरा रूप रंग तो कोई है नहीं। सहस तव नैन नन नैन है तो एको, सहस मूरत नन्ना एक तो ही। सतगुरु कहने सारियां मूरतां तेरियां ने, तेरी कोई भी मूर्ति नहीं है। सहस पद बिमल, पर कीता की जाए। सोहले साहब की बाणी आरंभ होंदी है तो अद्धी तो संगत ही उठ के टुर जाती है। सुनना की है। सहस मूरत, तुसी वेख रहे हो सहस दे सस्से नूं औंकड़ नहीं है, हजारां बहुवचन है। नन्ना एक तो ही, तेरी कोई मूर्ति नहीं, तेरा कोई रंग नहीं, रूप नहीं, आकार नहीं। सहस पद बिमल, जेड़े रब दे प्यारियां दे भगतां दे चरण ने, वो तेरे पैर ने पवित्र बिमल मैल तो रहत, पर तेरा कोई पैर नहीं। सहस पद बिमल नन एक पद, गंध बिन तेरा कोई नक नहीं। सहस तव गंध, हजारां नक तेरे ही ने। इव चलत मोही, गुरु नानक कहते ने मैं इस तमाशे नूं वेख के तेरे ते मोया गया वां। तू सारियां दा रूप हुंदियां होइयां किसे दा रूप नहीं है। तू सारियां दे विच रहिंदे होइयां किसे नाल भी जुड़िया नहीं है। ਉਹਨੂੰ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਆਖਿਆ ਸਨਾਤਨ ਮਤ ਦੇ, ਅਸੰਗੋ ਹੀ ਪੁਰਸ਼ਾ ਅਸੰਗੋ ਨ ਸਜਯਤੇ। ਉਹ ਅਸੰਗ ਹੈ, ਆਤਮਾ ਅਸੰਗ ਹੈ। याद रखना बिजली पखे नालों असंग है। मैं अक्सर ये गल क्या करना, बिजली नाल तुसी AC चलाते हो कि बिजली ठंडी हो जाती है, तो जो हीटर चलाइए फिर बिजली गर्म हो जाती है, तो जो पखा चलाइए फिर बिजली घूमन लग जाती है, तो जो प्रैस करिए कपड़े तो फिर की गर्म, तो ट्यूबवैल चलाइए तो बिजली गिली हो जाती है। कदी बिजली विच कोई कर्म नहीं होया, अपलायंसिस विच कर्म हो रहा है। बिजली विच अज तक कोई कर्म नहीं होया। आत्मा विच कदी कोई कर्म होया ही नहीं। कर्म हुंदे ने ज्ञान इंद्रे च, कर्म इंद्रियां विच, मन विच, बुद्धि विच ते अंतःकरण विच। आत्मा विच कदी कर्म नहीं होया, ना होवेगा। तां गुरु तेग बहादुर साहब पातशाह ने बड़ी बख्शिश करके आख्या सी, पुप मद ज्यों बास बस्त है, मुकर माए जैसे छाई, तैसे ही हर बसे निरंतर, घट ही खोजो पाई। आख्या परमात्मा तेरे अंदर इस तरह वसदा है, तू शीशे अगे अपना खलो के रूप देख, ते अपने मूँह ते काला रंग ला, शीशे विचों दिसेगा काला होया है। फिर तू हरा ला हरा दिसेगा, नीला ला नीला दिसेगा, लाल ला लाल दिसेगा। जरा को परा हो जा, शीशे नूं कोई भी रंग नहीं लगा। मुकर माए जैसे छाई, मुकर मैंने शीशा। आत्मा विच कदी पाप पुण्य होया नहीं अज तक। जेड़े तुसी रोज दे सत्संगी हो ते अभ्यासी हो, उन्हां नूं पकड़ विच आवेगी गल। जेड़े गुरु दे शब्द दा अभ्यास करदे ने ते परमार्थ नूं गहराई विच पकड़दे ने, आत्मा विच कदी कोई कर्म नहीं होया अज तक। गुरु तेग बहादुर साहब कह रहे हैं, शीशे नूं कदी कालख नहीं लगी। प्रतीत हुंदी है विच, पर लगी नहीं अज तक कदी। जरा को परे हट जाइए, शीशा ना काला होया ना नीला होया।
ਆਤਮਾ ਵਿੱਚ ਪਾਪ ਪੁੰਨ ਨਹੀਂ ਹੁੰਦੇ, ਇਹ ਸੂਖਸ਼ਮ ਸਰੀਰ ਤੱਕ ਹੁੰਦੇ ਨੇ। ਇਹ ਅਗਲਾ ਜਨਮ ਵਾਸ਼ਨਾ ਉਸ ਤਰ੍ਹਾਂ ਲੈਂਦੀ ਹੈ। ਇਹ ਸੂਖਸ਼ਮ ਸਰੀਰ ਵਿੱਚੋਂ, ਮਨ ਵਿੱਚੋਂ ਅਪਰਾਧ ਤਨ ਵਿੱਚ ਪ੍ਰਗਟ ਹੁੰਦੇ ਨੇ, ਪਾਪ ਸੂਖਸ਼ਮ ਸਰੀਰ ਵਿੱਚ ਹੁੰਦੇ ਨੇ। ਇਹ ਅਗਲਾ ਜਨਮ ਕਰਾ ਦਿੰਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਵਾਸ਼ਨਾ ਬੱਧਾ ਆਵੈ ਜਾਏ। ਤੋ ਆਓ ਸਤਿਗੁਰੂ ਬੈ ਰਹਿਮਤ ਕਰਦੇ ਨੇ, ਕਿਰਪਾ ਕਰਦੇ ਨੇ। ਮਹਾਰਾਜ ਕਹਿੰਦੇ ਨੇ ਅਵਗਤ ਬਾਣ ਛੋੜ, ਮ੍ਰਿਤ ਮੰਡਲ ਤੋ ਪਾਛੈ ਪਛਤਾਣਾ। ਜਿਹੜਾ ਪਰਮਾਤਮਾ ਵਿਅਕਤੀ ਨਹੀਂ ਹੈ, ਉਹਦੀ ਬਾਣੀ ਨਾਲ ਤੂੰ ਚਿੱਤ ਨਹੀਂ ਲਾਇਆ ਤੇ ਜ਼ਿੰਦਗੀ ਬੀਤ ਗਈ, ਬੁਢੇਪਾ ਆ ਗਿਆ, ਮਰਨ ਦਾ ਕਿਨਾਰਾ ਨੇੜੇ ਆ ਗਿਆ। ਬਾਣ ਮੈਨੇ ਬਾਣੀ। ਮੈਂ ਤੁਹਾਡੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਇੰਨੀਆਂ ਬਖਸ਼ਾਂ ਦੇ ਪਾਤਰ ਨੇ ਤੇ ਇੰਨੀਆਂ ਦੇ ਵਿੱਚ ਬੋਲੀਆਂ ਨੇ। ਬਾਬਾ ਪ੍ਰਹਲਾਦ ਦੀ ਮਾਂ ਕਹਿ ਰਹੀ ਹੈ ਬਾਬਾ ਪ੍ਰਹਲਾਦ ਨੂੰ, ਤੂੰ ਰਾਮ ਕਹਿਣ ਕੀ ਛੋੜ ਬਾਣ। ਤੂੰ ਰਾਮ ਕਹਿਣ ਕੀ ਛੋੜ ਬਾਣ, ਤੁਝੇ ਤੁਰਤ ਛਡਾਉਂ ਮੇਰੋ ਕਹਿਓ ਮਾਨ। ਪੁੱਤਰ ਪਿਛਲੀ ਪੰਕਤੀ ਲਾਓ, ਬਾਣ। ਹੁਣ ਇਹਦਾ ਉਚਾਰਨ ਬਾਣ ਹੈ, ਇਹਦਾ ਮਤਲਬ ਹੈ ਆਦਤ। ਤੂੰ ਇਹ ਆਦਤ ਛੱਡ, ਰਾਮ ਨਾ ਕਹੋ, ਮੈਂ ਤੈਨੂੰ ਤੇਰੇ ਪਿਓ ਕੋਲੋਂ ਛੁਡਾ ਲੈਣੀ ਆ। ਹਰਿਆਣੇ ਵਿੱਚ ਬਾਣ ਆਦਤ ਨੂੰ ਕਹਿੰਦੇ ਨੇ। ਪਰ ਇੱਕ ਜਗ੍ਹਾ ਸਤਿਗੁਰ ਕਹਿੰਦੇ ਪਾਪੜਿਆਂ ਪਛਾੜ ਬਾਣ ਸਚਾਵਾ ਬੰਨ ਕੈ। ਪਾਪੜਿਆਂ ਪਛਾੜ ਬਾਣ ਸਚਾਵਾ ਸੰਨ ਕੈ। ਸਤਿਗੁਰ ਕਹਿੰਦੇ ਸੱਚ ਦਾ ਬਾਣ ਤੀਰ ਮਾਰ ਕੇ ਪਾਪਾਂ ਨੂੰ ਭਜਾ ਦੇ। ਉਚਾਰਨ ਇਹਦਾ ਵੀ ਬਾਣ ਹੈ, ਪਰ ਇਹਦੇ ਥੱਲੇ ਔਂਕੜ ਹੈ, ਇੱਕ ਵਚਨ ਹੈ ਤੀਰ। ਉੱਥੇ ਬਾਣ ਦੇ ਨਾਣੇ ਨੂੰ ਸਿਹਾਰੀ ਹੈ ਇਸਤਰੀ ਲਿੰਗ ਬਾਣੀ। ਸਤਿਗੁਰੂ ਕਹਿੰਦੇ ਨੇ ਜ਼ਿੰਦਗੀ ਵਿੱਚ ਕਰਨਾ ਸੀ ਪਰਮਾਤਮਾ ਦੀ ਬਾਣੀ ਹੈ। ਮਾਫ ਕਰਨਾ, ਗੀਤਾ ਦਾ ਨਾਮ ਤਾਂ ਹੀ ਹੈ ਭਾਗਵਤ ਗੀਤ ਕ੍ਰਿਸ਼ਨ ਮਹਾਰਾਜ ਦੇ ਹਿਰਦੇ ਵਿੱਚ ਉਤਰੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਅਨਾਹਦ ਨਾਦ ਹੈ, ਗੁਰੂ ਸਾਹਿਬ ਦੇ ਹਿਰਦੇ ਵਿੱਚ ਉਤਰਿਆ, ਭਗਤਿਆਂ ਦੇ ਹਿਰਦੇ ਵਿੱਚ ਉਤਰਿਆ। ਜਦੋਂ ਮੂੰਹ ਤੋਂ ਪ੍ਰਗਟ ਹੋਇਆ ਬਾਣੀ ਬਣ ਗਈ। ਮੈਂ ਟੋਕ ਮਾਤਰ ਗੱਲ ਕਰਦਿਆਂ, ਸ਼ਬਦ ਦੇ 4 ਪੜਾਅ ਨੇ। ਪਹਿਲਾ ਹੈ ਅਪ ਸ਼ਬਦ, ਦੂਸਰਾ ਹੈ ਸ਼ਬਦ, ਤੀਸਰਾ ਹੈ ਗੁਰੂ ਸ਼ਬਦ, ਚੌਥਾ ਹੈ ਬ੍ਰਹਮ ਸ਼ਬਦ। ਜਦੋਂ ਸਤਿਗੁਰਾਂ ਦੇ ਹਿਰਦੇ ਵਿੱਚ ਉਤਰਿਆ, ਗੁਰੂ ਨਾਨਕ ਕਹਿੰਦੇ ਨੇ ਮਰਦਾਨਿਆਂ ਰਬਾਬ ਸੁਰ ਕਰ ਬਾਣੀ ਆਈ ਹੈ। ਜਦੋਂ ਗੁਰਦੇਵ ਦੇ ਹਿਰਦੇ ਵਿੱਚ ਵਹੀ ਨਾਜ਼ਲ ਹੋਈ, ਉਦੋਂ ਇਹ ਬ੍ਰਹਮ ਨਾਦ ਸੀ। ਜਦੋਂ ਸਤਿਗੁਰਾਂ ਦੇ ਮੂੰਹ ਤੋਂ ਪ੍ਰਗਟ ਹੋ ਗਈ, ਗੁਰੂ ਨਾਦ ਬਣ ਗਈ। ਗੁਰੂ ਨਾਨਕ ਪਾਤਸ਼ਾਹ ਆਪ ਕਹਿ ਰਹੇ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ ਲੋ। ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਜੇ ਕਿਸੇ ਮੁਸਲਮਾਨ ਭਰਾ ਨਾਲ ਤੁਹਾਡੀ ਦੋਸਤੀ ਹੋਵੇ, ਕਦੀ ਧਰਮ ਦੀ ਗੱਲ ਕਰ ਲਿਆ ਕਰੋ। ਹਜ਼ਰਤ ਮੁਹੰਮਦ ਸਾਹਿਬ ਨੂੰ ਜਦੋਂ ਕੁਰਾਨ ਵਹੀ ਨਾਜ਼ਲ ਹੋਈ ਤਾਂ ਉਹਨਾਂ ਦੀ ਇਸਤਰੀ ਖਦੀਸਾ ਕਹਿਣ ਲੱਗੀ, ਹਜ਼ਰਤ ਇਹ ਬੋਲ ਤੇਰੇ ਨਹੀਂ ਹਨ, ਮੈਨੂੰ ਬੜੇ ਸਾਲ ਹੋ ਗਏ ਨੇ ਤੇਰੇ ਨਾਲ ਰਹਿੰਦਿਆਂ, ਇਹ ਬੋਲ ਤੂੰ ਤੇ ਬਿਲਕੁਲ ਅਨਪੜ੍ਹ, ਅੰਗੂਠਾ ਲਾਉਂਦੇ ਸਨ, ਇਹ ਤੇਰੇ ਬੋਲ ਨਹੀਂ ਹਨ। ਮੁਹੰਮਦ ਸਾਹਿਬ ਕਹਿਣ ਲੱਗੇ ਤੂੰ ਠੀਕ ਕਹਿ ਰਹੀ ਹੈ। ਮੁਹੰਮਦ ਤੇ ਚੁੱਪ ਕਰ ਗਿਆ, ਹੁਣ ਅੱਲਾ ਬੋਲ ਰਿਹਾ ਹੈ। ਅੱਲਾ ਬੋਲ ਰਿਹਾ ਹੈ। ਜਿਸ ਦਿਨ ਵਾਸ਼ਨਾਵਾਂ ਤੋਂ ਮੇਰਾ ਤੇ ਤੁਹਾਡਾ ਮਨ ਚੁੱਪ ਕਰ ਜਾਏਗਾ, ਉਸ ਦਿਨ ਫਿਰ ਖੁਦਾ ਬੋਲੇਗਾ। ਉਹਨੂੰ ਕਹਿੰਦੇ ਨੇ ਆਤਮਕ ਬੋਲ, ਉਹ ਕਦੀ ਪੁਰਾਣੇ ਨਹੀਂ ਹੁੰਦੇ। ਮੇਰੇ ਸਤਿਗੁਰੂ ਕਹਿ ਰਹੇ ਨੇ ਜ਼ਿੰਦਗੀ ਵਿੱਚ ਜਿਹੜਾ ਕੰਮ ਕਰਨਾ ਸੀ, ਪਰਮਾਤਮਾ ਦੀ ਬਾਣੀ ਸੁਣਨੀ ਸੀ, ਉਹਦੇ ਮੁਤਾਬਕ ਕਰਮ ਬਣਾਉਣੇ ਸਨ, ਉਹ ਤੇ ਜ਼ਿੰਦਗੀ 'ਚ ਸੁਣੇ ਹੀ ਨਹੀਂ। ਵਿਸ਼ੇ ਵਿਕਾਰਾਂ 'ਚ ਲੱਗਾ ਰਿਹਾ ਤੇ ਜ਼ਿੰਦਗੀ ਬੁਢੇਪਾ ਆ ਗਿਆ। ਅਵਗਤ ਬਾਣ ਛੋੜ,
ਮ੍ਰਿਤ ਮੰਡਲ ਇਸ ਸੰਸਾਰ ਵਿੱਚ ਰਹਿੰਦਿਆਂ ਰੱਬ ਦੀ ਬਾਣੀ ਕਦੀ ਨਹੀਂ ਸੁਣੀ। ਨਾਮ ਸੁਨਤ ਜਨ ਬਿਛੂ ਡਸਾਨਾ, ਰੱਬ ਦੀ ਗੱਲ ਸੁਣਨੀ ਪਏ ਇਸ ਤਰ੍ਹਾਂ ਲੱਗਦਾ ਜਿਵੇਂ ਬਿੱਛੂ ਡੰਗ ਮਾਰਦਾ ਹੈ। ਗਾਣੇ 3-3 ਘੰਟੇ ਸੁਣੇਗਾ ਤੇ ਪਿਕਚਰ ਵੇਖੇਗਾ ਸਿੱਧੀ ਧੌਣ ਕਰਕੇ ਇਸ ਤਰ੍ਹਾਂ 3 ਘੰਟੇ, ਤੇ ਜੇਕਰ ਨਾ ਜਪਜੀ ਸਾਹਿਬ ਫੜੀਏ ਤੇ ਪਹਿਲੀ 5ਵੀਂ ਪੌੜੀ 'ਚ ਗੁਟਕੇ ਥੱਲੇ ਜਾ ਪੈਂਦਾ। ਮੈਂ ਤੁਹਾਡੇ ਚਰਨਾਂ ਵਿੱਚ ਇਹ ਬੇਨਤੀ ਕਰ ਦੇਣਾ ਚਾਹੁੰਦਾ, ਔਰ ਮੈਂ ਅਕਸਰ ਇਹ ਗੱਲ ਕਿਹਾ ਕਰਨਾ, ਸਾਰੀ ਦੁਨੀਆ ਦਾ ਭਰਮਣ ਕਰਦਿਆਂ ਮੈਨੂੰ ਇੱਕ ਵੀ ਬੰਦਾ ਨਹੀਂ ਲੱਭਾ ਜਿਹੜਾ ਰੁਪਈਏ ਗਿਣਦਿਆਂ ਸੌਂ ਗਿਆ ਹੋਵੇ। ਭਾਵੇਂ ਉਹ ਡਾਲਰ ਗਿਣ ਰਿਹਾ ਤੇ ਭਾਵੇਂ ਰਿੰਗਟ ਗਿਣ ਰਿਹਾ ਤੇ ਭਾਵੇਂ ਨੋਟ ਰੁਪਈਏ ਗਿਣ ਰਿਹਾ, ਇੱਕ ਵੀ ਬੰਦਾ ਦੁਨੀਆ ਤੇ ਨਹੀਂ ਲੱਭਾ ਜਿਹੜਾ ਰੁਪਈਏ ਗਿਣਦਿਆਂ ਸੌ ਰਿਹਾ। ਹਜ਼ਾਰਾਂ ਬੰਦੇ ਮੇਰੇ ਵਰਗੇ ਇੱਥੇ ਬੈਠੇ ਨੇ ਜਿਹੜੇ ਕੇਵਲ ਤੇ ਕੇਵਲ ਗੁਟਕਾ ਹੱਥ ਫੜੀਦਾ ਤੇ ਬਸ 2 ਪੌੜੀਆਂ ਬੜੇ ਤੱਕ। ਜਿੰਨੇ ਵੀ ਤੁਸੀਂ ਇੱਥੇ ਬੈਠੇ ਹੋ, ਮੈਂ ਸਤਿਗੁਰ ਦੀ ਕਿਰਪਾ ਨਾਲ ਕਹਿ ਸਕਦਾ ਕੋਈ ਐਸਾ ਨਹੀਂ ਬੰਦਾ ਹੋਏਗਾ ਜਿਹਦੇ ਹੱਥੋਂ ਇੱਕ ਵਾਰੀ ਜ਼ਿੰਦਗੀ 'ਚ ਗੁਟਕਾ ਨਾ ਡਿੱਗਾ ਹੋਵੇ। ਜ਼ਰੂਰ ਡਿੱਗ ਪੈਂਦਾ। ਕਿਉਂ? ਕਿਉਂਕਿ ਅੰਦਰ ਰਸ ਹੈ ਕਈ ਜਨਮਾਂ ਦਾ ਸੰਸਾਰ ਦਾ, ਉਹ ਪਕੜਦਾ ਹੈ। ਜਿਸ ਪੱਥਰ ਦੀ ਢਲਾਨ ਜਿੱਧਰ ਦੀ ਬਣੀ ਹੋਵੇ, ਪਾਣੀ ਜਦੋਂ ਮਰਜੀ ਰੋੜੀਏ ਉੱਧਰ ਹੀ ਜਾਂਦਾ ਹੈ। ਮਨ ਦੀ ਕਈ ਜਨਮਾਂ ਦੀ ਢਲਾਨ ਹੈ ਵਿਸ਼ੇ ਵਿਕਾਰਾਂ ਵੱਲ ਜਾਣ ਦੀ, ਅੱਜ ਦੀ ਨਹੀਂ ਹੈ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਬੀਨ ਕੁਰੰਗਾ। ਤੋ ਸਤਿਗੁਰ ਕਹਿੰਦੇ ਨੇ ਅਵਗਤ ਬਾਣ ਛੋੜ। ਉਹ ਬਾਣੀ ਤੇ ਤੂੰ ਛੱਡ ਦਿੱਤੀ, ਰੱਬ ਦੀ ਬਾਣੀ ਤੇ ਤੂੰ ਸੁਣੀ ਨਹੀਂ। ਫਿਰ ਕੀਤਾ ਕੀ ਹੈ? ਫਿਰ ਕੀ ਕੀਤਾ? ਸਤਿਗੁਰੂ ਜੀ ਕਹਿ ਰਹੇ ਨੇ, ਕਿਰਪਾ ਕਰ ਰਹੇ ਨੇ, ਆਖਿਆ ਤੋ ਪਾਛੈ ਪਛਤਾਣਾ, ਅਖੀਰ ਤੇ ਪਛਤਾਵਾ ਹੀ ਪਛਤਾਵਾ। ਜਿਉਂ ਜਿਉਂ ਮੌਤ ਨੇੜੇ ਆਉਂਦੀ ਹੈ, ਡੈਥ ਬੈੱਡ ਤੇ ਬੰਦੇ ਕੋਲ ਸਿਵਾਏ ਪਛਤਾਵੇ ਤੋਂ ਹੋਰ ਕੁਝ ਵੀ ਨਹੀਂ ਰਹਿੰਦਾ। ਕਿਉਂ? ਕਿਉਂਕਿ ਸਾਰੀ ਜ਼ਿੰਦਗੀ ਦੇ ਕੀਤੇ ਹੋਏ ਮਾੜੇ ਕਰਮ ਸਾਹਮਣੇ ਆਣ ਕੇ ਖਲੋ ਜਾਂਦੇ ਹਨ। ਇਹ ਵੀ ਬਹਿਸ ਕਰਦੇ ਆ, ਔਰ ਉਹ ਅੰਤःਕਰਨ ਤੇ ਭਾਰ ਪਾਉਂਦੇ ਨੇ। ਫਿਰ ਬੰਦੇ ਨੂੰ ਪਤਾ ਲੱਗਦਾ, ਓਹੋ ਇਹ ਕਿੰਨਾ ਸੁਨਹਿਰੀ ਮੌਕਾ ਸੀ, ਮੈਂ ਜ਼ਿੰਦਗੀ ਐਵੇਂ ਗੁਆ ਛੱਡੀ। ਆਪ ਜੀ ਤੇ ਜਿਨ੍ਹਾਂ ਨੇ ਉਸ ਅਵਗਤ ਬਾਣੀ ਨੂੰ ਯਾਦ ਕਰ ਲਿਆ, ਪਰਮੇਸ਼ਰ ਦੀ ਬਾਣੀ ਨੂੰ ਯਾਦ ਕਰ ਲਿਆ, ਉਹਨਾਂ ਦੀ ਕੀ ਅਵਸਥਾ ਹੈ? ਸੁਖਮਨੀ ਸਾਹਿਬ ਵਿੱਚ ਆਪ ਜੀ ਰੋਜ਼ ਪੜ੍ਹਦੇ ਹੋ, ਜਹਾਂ ਅਭਗਤ ਭਗਤ ਤਹਾਂ ਆਪ। ਜਿਹੜਾ ਭਗਤ ਉੱਥੇ ਸੁਣਦਾ ਰਿਹਾ ਬਾਣੀ ਤੇ ਉੱਥੇ ਪਹੁੰਚ ਗਈ ਜਿਹਦੀ ਸੁਰਤ, ਉੱਥੇ ਪਰਮਾਤਮਾ ਆਪ ਪ੍ਰਗਟ ਹੋ ਜਾਏਗਾ। ਤੁਸੀਂ ਰੋਜ਼ ਦੀ ਬਾਣੀ ਪੜ੍ਹਨ ਵਾਲੇ ਹੋ, ਮੈਂ ਬੇਨਤੀ ਕਰਾਂ, ਅਭਗਤ ਦਾ ਮਤਲਬ ਹੈ ਵਿਅਕਤੀ ਨਹੀਂ ਹੈ, ਪਰਮਾਤਮਾ ਸ਼ਕਤੀ ਹੈ। ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ। ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਤੋ ਸਤਿਗੁਰ ਕਹਿੰਦੇ ਨੇ ਕੇਵਲ ਤੇ ਕੇਵਲ ਪਛਤਾਵਾ ਸਾਹਮਣੇ ਆ ਰਿਹਾ ਹੈ ਕਿ ਜ਼ਿੰਦਗੀ 'ਚ ਜੋ ਕਰਨੋ ਹੋ ਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ। ਨਾਨਕ ਸਮਿਓ ਰਮ ਗਇਓ ਅਬ ਕਿਉ ਰੋਵਤ ਅੰਧ। ਇਹ ਪਛਤਾਵਾ, ਇਹ ਪਛਤਾਵੇ ਦੀ ਪੰਡ ਭਾਰੀ ਹੋ ਜਾਂਦੀ। ਆਓ ਗੁਰੂ ਬਖਸ਼ਿਸ਼ ਕਰੇ, ਗੁਰੂ ਰਹਿਮਤ ਕਰੇ। ਫਿਰ ਕੀ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ? ਅਗਲਾ ਸਟੈਪ ਕੀ ਹੈ? ਆਖਰੀ ਪਦਾ ਕੀ ਹੈ? ਨਿਕਟੀ ਦੇਹ ਦੇਖ ਧੁਨ ਉਪਜੈ, ਮਾਨ ਕਰਤ ਨਹੀਂ ਬੂਝੈ। ਸਤਿਗੁਰੂ ਕਹਿੰਦੇ ਨੇ ਹੁਣ ਪੋਤਰੇ ਤੇ ਦੋਤਰੇ ਵੀ ਛੋਟੇ ਛੋਟੇ ਕੋਲ ਫਿਰਦੇ ਨੇ। ਆਖਰੀ ਸਟੇਜ ਹੈ ਸੰਸਾਰ ਛੱਡਣ ਵਾਲੀ। ਪੋਤਰੇ ਤੇ ਦੋਤਰੇ ਕੋਲ ਕੋਲ ਫਿਰਦੇ ਨੇ ਤੇ ਗੱਲ ਸੁਣਦੇ ਨਹੀਂ। ਇਹ ਅੰਦਰੋਂ ਕਲਪਦਾ ਹੈ, ਗੱਲ ਨਹੀਂ ਸੁਣਦੇ।
ਘਰ ਵਿੱਚ ਕੋਈ ਫੰਕਸ਼ਨ ਹੋਏ, ਕਹਿੰਦੇ ਨੇ ਬਾਪੂ ਦੀ ਮੰਜੀ ਪਰੇ ਕਰ ਦਿਓ, ਐਵੇਂ ਓਬਸਟੇਕਲ ਬਣੀ ਹੋਈ ਹੈ। ਭਗਤ ਜੀ ਨੇ ਐਵੇਂ ਨਹੀਂ ਇਹ ਚਿੱਤਰ ਖਿੱਚਿਆ ਸਾਰਾ। ਇਹ ਪੋਤਰਿਆਂ ਤੇ ਦੋਤਰਿਆਂ ਦੇ ਮੋਹ ਵਿੱਚ ਫਸਿਆ ਹੋਇਆ ਹੈ, ਉਹ ਇਹਨੂੰ ਪੁੱਛਣ ਨੂੰ ਤਿਆਰ ਨਹੀਂ ਹੈ। ਇਹ ਤੁਸੀਂ ਆਪਣੇ ਘਰਾਂ ਵਿੱਚ ਵੇਖ ਲਓ ਤੇ ਮੈਂ ਆਪਣੇ ਵਿੱਚ, ਕਿਉਂਕਿ ਆਪਾਂ ਸਾਰੇ ਹੀ ਤੇ ਗ੍ਰਸਤੀ ਬੈਠੇ ਹਾਂ। ਮੈਂ ਤੇ ਅਮਰੀਕਾ ਲੰਡਨ ਦੇ ਸਤਿਗੁਰੂ ਦੀ ਕਿਰਪਾ ਨਾਲ ਜਦੋਂ ਸੱਚੇ ਪਾਤਸ਼ਾਹ ਲੈ ਕੇ ਜਾਂਦੇ ਨੇ ਤੇ ਇੱਥੋਂ ਤੱਕ ਵੇਖਿਆ ਨੌਜਵਾਨ ਬੱਚੇ ਆਪਣੀ ਮਾਂ ਨੂੰ ਕਹਿ ਦਿੰਦੇ ਨੇ, ਅੱਜ ਮੇਰੀ ਗਰਲਫ੍ਰੈਂਡ ਨੇ ਘਰ ਆਉਣਾ, ਅੱਜ ਤੂੰ ਨਹੀਂ ਆਉਣਾ। ਇਹ ਹਾਲਤ ਹੋ ਚੁੱਕੀ ਹੈ। ਅੱਜ ਮੇਰੇ ਬॉयਫ੍ਰੈਂਡ ਨੇ ਘਰ ਆਉਣਾ, ਤੂੰ ਨਹੀਂ ਆਉਣਾ। ਇਹ ਐਵੇਂ ਨਾ ਸਮਝਣਾ ਵੀ ਸਤਿਗੁਰੂ ਨੇ ਕਿਧਰੇ ਐਵੇਂ ਲਿਖ ਦਿੱਤਾ ਹੈ। ਅਸਮਾਨ ਤੇ ਸ਼ਾਇਦ ਕਦੇ ਥੱਲੇ ਆ ਸਕਦਾ, ਜ਼ਮੀਨ ਤੇ ਉੱਪਰ ਜਾ ਸਕਦੀ ਹੈ, ਪਰ ਬਾਣੀ ਤੇ ਕਿੰਤੂ ਨਹੀਂ ਹੋ ਸਕਦਾ। ਇਹ ਨਿੱਕੀਆਂ ਨਿੱਕੀਆਂ ਦੋਤਰੀਆਂ ਪੋਤਰਿਆਂ ਨੂੰ ਵੇਖ ਕੇ ਖੁਸ਼ ਹੁੰਦਾ ਹੈ, ਉਹਨਾਂ ਨੂੰ ਕੋਈ ਵਾਸਤਾ ਨਹੀਂ ਇਹਦੇ ਨਾਲ। ਇਹ ਵਿੱਚੋਂ ਬੋਲ ਨਹੀਂ ਸਕਦਾ, ਹੌਲੀ ਹੌਲੀ ਆਵਾਜ਼ ਨਾਲ ਚਾਹੁੰਦਾ ਹੈ ਕੋਈ ਮੇਰੇ ਨੇੜੇ ਆਵੇ, ਕਿਉਂਕਿ ਮੋਹ ਦਾ ਫਸਿਆ ਹੈ। ਮੇਰੇ ਨਾਲ ਕੋਈ ਗੱਲ ਕਰੇ, ਉਹ ਪੁੱਛਣ ਨੂੰ ਤਿਆਰ ਨਹੀਂ, ਬਾਬਾ ਪਰੇ ਹਟ, ਡਿਸਟਰਬ ਨਾ ਕਰ। ਇਹ ਸਿਰ ਤੇ ਮਾਰਦਾ ਹੱਥੋਂ ਹੋ, ਜਿਨ੍ਹਾਂ ਵਾਸਤੇ ਸਾਰੀ ਉਮਰ ਆਪਣੀ ਜ਼ਮੀਰ ਵੇਚੀ, ਆਪਣਾ ਈਮਾਨ ਵੇਚਿਆ ਤੇ ਆਪਣਾ ਸਰੀਰ ਵੀ ਵੇਚ ਦਿੱਤਾ, ਅੱਜ ਉਹ ਇਹ ਕਰਦੇ ਨੇ। ਇਹ ਹੋ ਰਿਹਾ ਮੇਰੇ ਨਾਲ। ਕੀ ਮੈਨੂੰ ਜ਼ਿੰਦਗੀ ਇਸ ਵਾਸਤੇ ਮਿਲੀ ਸੀ? ਭਗਤ ਜੀ ਬਖਸ਼ਿਸ਼ ਕਰ ਰਹੇ ਨੇ, ਭਗਤ ਬੇਣੀ ਜੀ ਮਹਾਰਾਜ। ਔਰ ਇਹਨੂੰ ਕੇਵਲ ਭਗਤ ਬੇਣੀ ਜੀ ਨਹੀਂ, ਨਾਲ 3 ਸਤਿਗੁਰਾਂ ਨੇ ਵੀ ਇਸ ਆਸ਼ੇ ਨੂੰ ਗੁਰੂ ਗ੍ਰੰਥ ਸਾਹਿਬ ਦਰਜ ਕੀਤਾ ਹੈ। ਗੁਰੂ ਨਾਨਕ ਪਾਤਸ਼ਾਹ, ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਰਜਨ ਸਾਹਿਬ ਜੀ। ਉਹਦੇ ਨਾਲ ਭਗਤ ਬੇਣੀ ਜੀ ਦਾ ਸ਼ਬਦ ਲਿਖਿਆ ਗੁਰੂ ਅਰਜਨ ਸਾਹਿਬ ਨੇ। ਇੱਕੋ ਹੀ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ, ਜਿਨ੍ਹਾਂ ਨੂੰ 3 ਗੁਰੂ ਵਿਅਕਤੀਆਂ ਦੇ ਨਾਲ ਲਿਖਿਆ ਗਿਆ ਭਗਤ ਜੀ ਦੇ। 5 ਵਾਰ ਪ੍ਰੋੜਤਾ ਕੀਤੀ ਗੁਰੂ ਨਾਨਕ ਪਾਤਸ਼ਾਹ ਨੇ, ਇਹਨੂੰ ਦੋ ਜਗ੍ਹਾ ਲਿਖਿਆ ਹੈ ਨਾਲ ਨਾਲ। ਮੈਂ ਆਪ ਜੀ ਨੂੰ ਅਰਜ਼ ਕਰਾਂ, ਔਰ ਮੈਂ ਤੁਹਾਨੂੰ ਵੀ ਬੇਨਤੀ ਕਰਾਂ, ਗੁਰੂ ਦੀ ਬਾਣੀ ਪਿਆਰ ਨਾਲ ਪੜ੍ਹਿਆ ਕਰੋ, ਥੋੜ੍ਹੀ ਪੜ੍ਹ ਲਿਆ ਕਰੋ। ਇੱਕ ਅਸ਼ਟਪਦੀ ਕਰ ਲਓ, ਬਹੁਤ ਹੈ, ਪਰ ਪਤਾ ਲੱਗੇ ਮੈਂ ਪੜ੍ਹ ਕੀ ਰਿਹਾ ਹਾਂ। ਇਸ ਵਾਸਤੇ ਕੁਆਂਟਿਟੀ ਨਾ ਵਧੇ, ਕੁਆਲਿਟੀ ਵੱਧ ਜਾਏ। ਕੁਆਂਟਿਟੀ ਦੇ ਪਾਠ ਨਹੀਂ ਚਾਹੀਦੇ, ਪਤਾ ਲੱਗ ਜਾਏ ਹੋ ਕੀ ਰਿਹਾ ਹੈ। ਨਿਕਟੀ ਦੇਹ ਦੇਖ ਧੁਨ ਉਪਜੈ, ਮਾਨ ਕਰਤ ਨਹੀਂ ਬੂਝੈ। ਸਤਿਗੁਰੂ ਕਹਿੰਦੇ ਨੇ ਫਿਰ ਵੀ ਹੰਕਾਰ ਪੈਦਾ ਵਿੱਚ, ਮੇਰੇ ਪੋਤਰੇ, ਮੇਰੇ ਦੋਤਰੇ, ਮੇਰਾ ਐ। ਉਹ ਪੁੱਛਣਾ ਨਹੀਂ ਚਾਹੁੰਦੇ। ਫਿਰ ਗੁਰਦੇਵ ਅਗਲੀ ਪੰਕਤੀ ਵਿੱਚ ਹੱਦ ਪੈ ਕਰਦੇ ਨੇ, ਲਾਲਚ ਕਰੇ ਜੀਵਨ ਪਦ ਕਾਰਨ, ਲੋਚਨ ਕਛੂ ਨ ਸੂਝੇ। ਅੱਖਾਂ ਤੋਂ ਦਿਸਣਾ ਬੰਦ ਹੋ ਗਿਆ, ਕੰਨਾਂ ਤੋਂ ਸੁਣਨਾ ਬੰਦ ਹੋ ਗਿਆ, ਗੋਡੇ ਟੁਰ ਨਹੀਂ ਸਕਦੇ, ਸਰੀਰ ਵਿੱਚ ਬਲ ਨਹੀਂ, ਹਾਲੀ ਵੀ ਹੋਰ ਜਿਉਣ ਦੀ ਲਾਲਸਾ ਅੰਦਰ ਭਰੀ ਪਈ ਹੈ। ਹੋਰ 2-4 ਸਾਲ 5 ਸਾਲ ਜੀ ਲਵਾਂ। ਮੈਂ ਬੜੇ ਦੁਨੀਆ ਤੇ ਲੋਕਾਂ ਨੂੰ ਵੇਖ, ਕਹਿੰਦੇ ਜੀ ਮੈਂ ਪੋਤਰੇ ਦਾ ਤੇ ਵਿਆਹ ਵੇਖ ਲਵਾਂ। ਮੈਂ ਕਿਹਾ ਤੂੰ ਆਪਣਾ ਵਿਆਹ ਤੇ ਆਤਮਕ ਕਰਾ ਲੈ ਗੁਰੂ ਨਾਲ, ਪੋਤਰੇ ਦਾ ਤੇ ਫਿਰ ਵੀ ਹੋ ਜਾਣਾ ਹੈ। ਤੂੰ ਆਪਣੇ ਵਿਆਹ ਦੀ ਚਿੰਤਾ ਕਰ, ਜਿਹਨੂੰ ਮੇਰੇ ਸਤਿਗੁਰ ਕਹਿੰਦੇ ਨੇ, ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਤੂੰ ਇਸ ਵਿਆਹ ਦੀ ਚਿੰਤਾ ਕਰ। ਗੁਰੂ ਦੁਆਰਾ ਹਮਰਾ ਵਿਆਹ ਜੇ ਹੋਆ, ਜਾਂ ਸ਼ਉ ਮਿਲਿਆ ਤਾਂ ਜਾਣਿਆ। ਤੂੰ ਇਸ ਵਿਆਹ ਦੀ ਚਿੰਤਾ ਕਰ। ਤੂੰ ਪੋਤਰਿਆਂ ਦੋਤਰਿਆਂ ਦੇ ਵਿਆਹ ਦੀ ਚਿੰਤਾ ਕਰਨਾ, ਉਹਨਾਂ ਦਾ ਤੇ ਤੈਨੂੰ ਪਤਾ ਵੀ ਨਹੀਂ ਲੱਗਣਾ ਕਦੋਂ ਉਹਨੇ ਆਪਣੀ ਸੈਟਿੰਗ ਕਰ ਲੈਣੀ ਹੈ। ਉਹ ਕਿਹੜੇ ਚੱਕਰਾਂ 'ਚ ਤੁਰਦਾ ਫਿਰਦਾ ਹੈ? ਕੀ ਸੋਚਦਾ ਤੂੰ? ਤੇਰਾ ਵਿਆਹ ਨੇੜੇ ਆਉਣ ਵਾਲਾ ਹੈ। ਜਿੰਦ ਵਹੁਟੀ ਮਰਨ ਵਾਰ, ਲੈ ਜਾਸੀ ਪਰਨਾਏ। ਬਾਬਾ ਫਰੀਦ ਆਪ ਜੀ ਨੂੰ ਪਤਾ ਹੋਣਾ ਚਾਹੀਦਾ। ਮੁਲਤਾਨ ਵਿੱਚ ਅਸੀਂ ਕਹਿੰਦੇ ਹਾਂ ਵਿਆਹ ਹੈ, ਉਹ ਕਹਿੰਦੇ ਨੇ ਪਰਨਾਣਾ ਹੈ, ਕਾਜ ਹੈ। ਜਿੰਦ ਵਹੁਟੀ ਮਰਨ ਵਰ,
ਜਮਾਂ ਦਾ ਫਰਿਸ਼ਤਾ ਤੇਰੀ ਜੀਵਾਤਮਾ ਨੂੰ ਇੱਕ ਦਿਨ ਵਿਆਹ ਕੇ ਲੈ ਜਾਏਗਾ। ਲੈ ਜਾਸੀ ਪਰਨਾਏ। ਤੂੰ ਇਸ ਵਿਆਹ ਦੀ ਚਿੰਤਾ ਕਰ, ਤੂੰ ਹੁਣ ਪੋਤਰਿਆਂ ਦੀ ਚਿੰਤਾ ਕਰੀ ਜਾਂਦਾ ਹੈ, ਵਿਆਹ ਦੀ ਦੋਤਰਿਆਂ ਦੀ ਕਰੀ ਜਾਂਦਾ ਹੈ। ਭਗਤ ਜੀ ਬਖਸ਼ਿਸ਼ ਕਰ ਰਹੇ ਨੇ, ਰਹਿਮਤ ਕਰ ਰਹੇ ਨੇ। ਆਖਿਆ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੈ। ਇਹਨਾਂ ਅੱਖਾਂ ਤੋਂ ਦਿਸਦਾ ਹੀ ਕੱਖ ਨਹੀਂ ਤੇ ਹਾਲੀ ਹੋਰ ਜਿਉਣ ਦੀ ਆਸ ਵਿੱਚ ਪਾਈ ਬੈਠਾ ਹੈ ਬਈ 2 ਸਾਲ ਹੋਰ ਜੀ ਲਾਂ, 5 ਸਾਲ ਹੋਰ ਜੀ ਲਾਂ। ਮਰਨ ਨੂੰ ਜੀ ਨਹੀਂ ਕਰਦਾ। ਕਿਉਂ ਨਹੀਂ ਕਰਦਾ ਮਰਨ ਨੂੰ ਜੀ? ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਜਿੰਨੀਆਂ ਅੰਦਰ ਵਾਸ਼ਨਾਵਾਂ ਜ਼ਿਆਦਾ ਹੋਣਗੀਆਂ ਓਨਾ ਮਰਨ ਤੋਂ ਜ਼ਿਆਦਾ ਡਰ ਆਏਗਾ। ਜਿਉਂ-ਜਿਉਂ ਅੰਦਰੋਂ ਵਾਸ਼ਨਾਵਾਂ ਮੁੱਕਦੀਆਂ ਜਾਣਗੀਆਂ ਤੇ ਜਿਸ ਦਿਨ ਬਿਲਕੁਲ ਮੁੱਕ ਜਾਣਗੀਆਂ ਉਸ ਦਿਨ ਬਾਬਾ ਕਬੀਰ ਕਹਿੰਦੇ ਨੇ, ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ। ਮੈਂ ਇਹਨੂੰ ਇਸ ਤਰ੍ਹਾਂ ਕਹਿਣਾ ਹੁੰਦਾ, ਜਦੋਂ ਬੱਚੇ, ਤੁਹਾਡੇ ਵੀ ਇੱਥੇ ਹੋਏਗਾ ਜ਼ਰੂਰ, ਜਦੋਂ ਬੱਚੇ ਦੇ ਐਗਜ਼ਾਮ ਨੇੜੇ ਹੁੰਦੇ ਨੇ ਨਾ, ਜਿਨ੍ਹਾਂ ਦੀ ਪੂਰੀ ਤਿਆਰੀ ਹੋਈ ਹੈ ਉਹ ਕਹਿੰਦੇ ਨੇ ਛੇਤੀ ਇਮਤਿਹਾਨ ਹੋਵੇ ਤੇ ਮੇਰੇ ਗਲੋਂ ਪੜ੍ਹਾਈ ਦੀ ਕਿਤਾਬਾਂ ਦਾ ਯੱਬ ਲੱਥੇ। ਤੇ ਜਿਹਦੀ ਮੇਰੇ ਵਰਗੇ ਦੀ ਤਿਆਰੀ ਨਹੀਂ, ਉਹ ਕਿਧਰੇ ਪੱਗ ਵਿੱਚ ਪਰਚੀ ਪਾਈ ਫਿਰਦਾ, ਸਲਿੱਪ ਕਦੀ ਜੁਰਾਬਾਂ ਵਿੱਚ ਪਾਉਂਦਾ, ਕਦੀ ਕਿਸੇ ਨੂੰ ਪਛਾਣਦਾ, ਕਦੀ ਕਿਤੇ ਕੰਮ ਫਿਰ ਵੀ ਨਹੀਂ ਬਣਦਾ। ਜਿਹੜੇ ਬੱਚੇ ਐਗਜ਼ਾਮ ਦੇ ਕੇ ਆਉਂਦੇ ਨੇ, ਕਈ ਬੱਚੇ ਐਸੇ ਨੇ ਜਿਹੜੀਆਂ ਆਪਣੀਆਂ ਕਿਤਾਬਾਂ ਰਿਜ਼ਲਟ ਆਉਣ ਤੋਂ ਪਹਿਲਾਂ ਹੀ ਵੇਚ ਦਿੰਦੇ ਨੇ ਜਾਂ ਕਿਸੇ ਫਰੈਂਡ ਨੂੰ ਦੇ ਦਿੰਦੇ ਨੇ। ਉਹਨੂੰ ਪੁੱਛੋ ਰਿਜ਼ਲਟ ਤੇ ਹਾਲੇ ਆਇਆ ਨਹੀਂ, ਉਹ ਕਹਿੰਦਾ ਇਹ ਮੈਂ ਸ਼ੋਰ ਹਾਂ ਮੈਂ ਪਾਸ ਹੋ ਜਾਣਾ, ਕੋਈ ਜੰਮਿਆ ਨਹੀਂ ਮੈਨੂੰ ਫੇਲ ਕਰਨ ਵਾਲਾ, ਮੈਨੂੰ ਇੰਨਾ ਨਹੀਂ ਪਤਾ ਨੰਬਰ ਕਿੰਨੇ ਆਉਣੇ ਨੇ, ਮੈਨੂੰ ਕੌਨਫੀਡੈਂਸ ਹੈ। ਜਿਸ ਦਿਨ ਮੇਰੀ ਤੁਹਾਡੀ ਸੰਸਾਰ ਤੋਂ ਜਾਣ ਦੀ ਤਿਆਰੀ ਹੋ ਗਈ, ਸਤਿਗੁਰੂ ਦੇ ਬਚਨ ਆਪੇ ਹੀ ਆ ਜਾਣਗੇ, ਬੌਰ ਹਮ ਕਾਹੇ ਆਵੇਂਗੇ। ਕਿਉਂ? ਦਰਸ਼ਨ ਛੋੜ ਭਏ ਸਮਦਰਸ਼ੀ ਏਕੋ ਨਾਮ ਤੇ ਆਵੇਂਗੇ। ਆਖਿਆ ਮੇਰੇ ਗੁਰੂ ਨੇ ਮੈਨੂੰ ਰੂਪ ਰੰਗ ਆਕਾਰ ਦੇ ਦਰਸ਼ਨਾਂ ਤੋਂ ਅੱਗੇ ਲੰਘਾ ਦਿੱਤਾ ਹੈ। ਹੁਣ ਮੈਂ ਵਿਆਪਕ ਦਰਸ਼ਨ ਵਿੱਚ ਪਹੁੰਚ ਗਿਆ। ਕਿਸੇ ਦਿਨ ਗੁਰੂ ਦੀ ਕਿਰਪਾ, ਵੈਸੇ ਤਾਂ ਮੇਰਾ ਜੀ ਨਹੀਂ ਕਰਦਾ, ਮੈਂ ਮੋਹਨ ਸਿੰਘਰਾਂ ਨੂੰ ਆਖਿਆ ਤੁਸੀਂ ਹੁਣ ਮੈਨੂੰ ਮਾਫੀ ਦੇ ਦਿਓ, ਬੜੇ ਚੱਕਰ ਲੱਗ ਗਏ ਨੇ, ਮੇਰਾ ਜੀ ਨਹੀਂ ਕਰਦਾ ਜਾਣ ਤੇ ਕਿਧਰੇ। ਕਿਉਂ? ਕਿਉਂਕਿ ਮੇਰਾ ਆਪਣਾ ਤੇ ਕੁਝ ਬਣਿਆ ਨਹੀਂ, ਮੈਂ ਤੁਹਾਨੂੰ ਕੀ ਦੇਵਾਂ। ਮੈਂ ਆਪ ਜੀ ਨੂੰ ਅਰਜ਼ ਕਰਾਂ, ਇਹ ਦਰਸ਼ਨਾਂ ਦੇ ਸਟੈਪ ਨੇ। ਇੱਕ ਹੈ ਨੇਤਰ ਦਰਸ਼ਨ, ਇੱਕ ਹੈ ਸਰਵਣ ਦਰਸ਼ਨ, ਇੱਕ ਹੈ ਸਪਰਸ਼ ਦਰਸ਼ਨ, ਇੱਕ ਹੈ ਰਸਨਾ ਦਰਸ਼ਨ, ਇੱਕ ਹੈ ਸੁਪਨ ਦਰਸ਼ਨ, ਇੱਕ ਹੈ ਆਤਮ ਦਰਸ਼ਨ ਤੇ ਇੱਕ ਹੈ ਵਿਆਪਕ ਦਰਸ਼ਨ। ਇਹ ਦਰਸ਼ਨਾਂ ਦੇ ਸਟੈਪ ਨੇ। ਜਿਸ ਦਿਨ ਗੁਰੂ ਦਾ ਦਰਸ਼ਨ ਮੈਨੂੰ ਤੁਹਾਨੂੰ ਇੱਕ ਵਾਰੀ ਹੋ ਗਿਆ, ਯਾਦ ਰੱਖਣਾ ਉਸ ਦਿਨ ਕਰਮ ਨਹੀਂ ਰਹੇਗਾ। ਸੂਰਜ ਦਾ ਚਾਨਣ ਹੋਣ ਤੋਂ ਬਾਅਦ ਹਨੇਰਾ ਕਦੀ ਰਿਹਾ ਨਹੀਂ ਅੱਜ ਤੱਕ ਕਿਧਰੇ। ਇੱਕ ਵਾਰੀ ਦਰਸ਼ਨ ਹੋ ਗਿਆ ਬਸ, ਫਿਰ ਕਰਮ ਨਹੀਂ ਰਹੇਗਾ। ਇੱਕ ਵਾਰੀ ਹੋ ਗਿਆ। ਜਿਹੜੇ ਅਸੀਂ ਆਣ ਕੇ ਕਰਨੇ ਆ, ਮੁਬਾਰਕ ਹੈ, ਨੇਤਰ ਦਰਸ਼ਨ ਨੇ ਤੇ ਸਰਵਣ ਦਰਸ਼ਨ ਨੇ। ਜਿਹਦੀ ਗੁਰੂ ਸਾਹਿਬ ਕਰਦੇ ਨੇ, ਜਿਹੜੇ ਕਦੀ ਹੋਣ ਕਦੀ ਨਾ ਹੋਣ, ਕਿਧਰੇ ਹੋਣ ਕਿਧਰੇ ਨਾ ਹੋਣ, ਕਿਸੇ ਵਿੱਚੋਂ ਹੋਣ ਤੇ ਕਿਸੇ ਵਿੱਚੋਂ ਨਾ ਹੋਣ, ਮੈਨੂੰ ਕਹਿਣ ਦੇਣਾ ਉਹ ਅਨਿਤ ਤੇ ਨਿਮਿਤ ਦਰਸ਼ਨ ਹੁੰਦੇ ਨੇ, ਨਿਤ ਦਰਸ਼ਨ ਨਹੀਂ ਹੁੰਦੇ। ਸ਼ਾਇਦ ਗੱਲ ਪਕੜ ਵਿੱਚ ਆ ਗਈ ਹੋਵੇ। ਜਿਹੜੇ ਕਿਧਰੇ ਹੋਣ ਤੇ ਕਿਧਰੇ ਨਾ ਹੋਣ, ਕਦੀ ਹੋਣ ਤੇ ਕਦੀ ਨਾ ਹੋਣ, ਕਿਸੇ ਵਿੱਚੋਂ ਹੋਣ ਤੇ ਕਿਸੇ ਵਿੱਚੋਂ ਨਾ ਹੋਣ, ਉਹ ਅਨਿਤ ਜਾਂ ਨਿਮਿਤ ਦਰਸ਼ਨ ਹੁੰਦੇ ਨੇ, ਨਿਤ ਦਰਸ਼ਨ ਨਹੀਂ ਹੋਏ। ਨਿਤ ਦਰਸ਼ਨ ਸਿੱਖ ਪੰਥ ਵਿੱਚ ਹੋਏ ਨੇ ਭਾਈ ਕਨ੍ਹਈਆ ਜੀ ਨੂੰ। ਵਿਆਪਕ ਦਰਸ਼ਨ ਉਹਨੂੰ ਸਤਿਗੁਰੂ ਨੇ ਇੱਕੋ ਪੰਕਤੀ ਵਿੱਚ ਲਿਖ ਦਿੱਤਾ, ਅੰਤਰ ਪ੍ਰੇਮ ਪ੍ਰਾਪਤ ਦਰਸ਼ਨ। ਇੱਕੋ ਪੰਕਤੀ। ਪ੍ਰੇਮ ਹਰ ਇੱਕ ਨਾਲ ਹੁੰਦਾ, ਹਰ ਵੇਲੇ ਹੁੰਦਾ ਤੇ ਹਰ ਥਾਂ ਹੁੰਦਾ।
ਅੰਤਰ ਪ੍ਰੇਮ ਪ੍ਰਾਪਤ ਦਰਸ਼ਨ। ਦਰਸ਼ਨ ਦੀ ਸਿਖਰ ਹੈ ਭਾਈ ਕਨ੍ਹਈਆ ਜੀ ਨੂੰ ਹੋਏ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਅਗਰ ਕਿਸੇ ਨਾਲ ਹੈ ਤੇ ਕਿਸੇ ਨਾਲ ਨਹੀਂ, ਉਹ ਪਿਆਰ ਨਹੀਂ ਹੈ, ਮੋਹ ਹੈ। ਕਦੀ ਹੈ ਤੇ ਕਦੀ ਨਹੀਂ, ਉਹ ਮੋਹ ਹੈ, ਪ੍ਰੇਮ ਨਹੀਂ ਹੈ। ਪਿਆਰ ਹਰ ਵੇਲੇ ਹੁੰਦਾ ਤੇ ਹਰ ਇੱਕ ਨਾਲ ਹੁੰਦਾ ਤੇ ਹਰ ਥਾਂ ਹੁੰਦਾ ਤੇ ਸਦਾ ਇੱਕੋ ਜਿਹਾ ਹੁੰਦਾ। ਮੋਹ ਕਿਧਰੇ ਹੁੰਦਾ ਕਿਧਰੇ ਨਹੀਂ ਹੁੰਦਾ, ਘੱਟ ਵੱਧ ਹੁੰਦਾ, ਕਿਸੇ ਨਾਲ ਹੁੰਦਾ ਕਿਸੇ ਨਾਲ ਨਹੀਂ, ਕਦੀ ਹੁੰਦਾ ਤੇ ਕਦੀ ਨਹੀਂ ਹੁੰਦਾ।